हिसाब दे नाल तुसी इत्थे गीत पहला तां आपां कहने तुसी लिखिया आप तुसी कहने हो कि मैं आप लिखिया ते आप गाया रुझान किवें पिया इधर दा पहला पैशन तो यही काम कर रहे इस हिसाब दे नाल बागी सोच तुसी किया ते कुर्बानियां तुसी इतिहास तो सेध लैके इधर नूं जा रहे हो ना क्योंकि किसानी अंदोलन चलिया कई सिंगर आए ने आके गीत गाउंदे ने फिर पैसा खट लैंदे ने पर दोबारा ਉਹ ਇੱਥੇ ਇਸ ਦੇ ਵਿੱਚ ਵਿਚਰਦੇ ਨਹੀਂ ਹੈਗੇ ਤੇ ਖੜਦੇ ਨਹੀਂ ਹੈਗੇ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਾਂ ਉਹਨਾਂ ਦਾ ਗੀਤਾਂ ਦੇ ਤੇ ਤੁਹਾਡੇ ਗੀਤਾਂ 'ਚ ਕੀ ਜੇ ਆਇਆ ਤਾਂ ਉਸ ਅਕਾਲ ਪੁਰਖ ਸਾਹਮਣੇ ਲੈ ਕੇ ਆਏਗਾ ਵੀ ਮੈਂ ਉਹਨਾਂ ਸਿੰਗਰਾਂ 'ਚੋਂ ਨਹੀਂ ਬਣਨਾ ਚਾਹੁੰਦਾ ਵੀ ਜੋ ਗੀਤ ਕੱਢਿਆ ਆਪਣਾ ਰਿਲੀਜ਼ ਕੀਤਾ ਉਰੇ ਆ ਕੇ ਫੇਮ ਲੈਣ ਲਈ ਵੀਡੀਓ ਵਗੈਰਾ ਇੰਟਰਵਿਊ ਵਗੈਰਾ ਕੀਤੀ ਤੇ ਚਲੇ ਗਏ ਆਪਾਂ ਨੇ ਲਿਖਿਆ ਤਾਂ ਸੱਚ ਦੇ ਆਧਾਰ ਤੇ ਲਿਖਿਆ ਕੋਈ ਗਲਤ ਕਿਸੇ ਨੂੰ ਤਰੀਕੇ ਨਾਲ ਪ੍ਰਮੋਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੁਸੀਂ ਇਸ ਕਿਸਾਨੀ ਅੰਦੋਲਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਫਿਰ ਜਿਸ ਹਿਸਾਬ ਨਾਲ ਤੁਸੀਂ ਲਿਖਿਆ ਵੀ ਆਪ ਅਤੇ ਗਾਇਆ ਵੀ ਸਿੱਖ ਇਤਿਹਾਸ ਦੇ ਵਿੱਚ 2 ਸਾਲ ਨੇ 2 ਮਹੀਨੇ ਨੇ ਜਿਹੜੇ ਵੀ ਕਦੇ ਭੁਲਾਇਆ ਨਹੀਂ ਭੁੱਲੇ ਜਾ ਸਕਦੇ ਇੱਕ ਦਸੰਬਰ ਦਾ ਮਹੀਨਾ ਪੋਹ ਦਾ ਮਹੀਨਾ ਤੇ ਦੂਜਾ ਇਹ ਜੂਨ 84 ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈਗਾ ਮੇਰੀ ਤਾਂ ਖੁਸ਼ਕਿਸਮਤੀ ਹੋਊਗੀ ਮੈਂ ਕਹਿੰਦਾ ਜੇ ਮੈਨੂੰ ਪਹਿਲੀ ਗੋਲੀ ਵੱਜਣ ਦਾ ਮੈਨੂੰ ਨਸੀਬ ਮਿਲੇ ਵੀ ਹਾਂ ਵੀ ਮੇਰੇ ਸ਼ਹੀਦ ਹੋਣ ਲਈ ਮੈਂ ਘੱਟੋ ਘੱਟ ਆਪਣੇ ਪਰਿਵਾਰ ਲਈ ਪਿੰਡ ਲਈ ਇੱਕ ਸ਼ਹੀਦ ਦਾ ਨਾਮ ਲੈ ਕੇ ਜਾਵਾਂ ਹਨਾ ਦੱਸੀ ਕਿਵੇਂ ਤੁਰਿਆ ਸੀ ਹੱਕਾਂ ਦੀ ਲੜਾਈ ਲਈ ਬਾਬਾ ਦੀਪ ਸਿੰਘ ਕੋਲੋਂ ਸੱਚ ਦੀ ਪੜ੍ਹਾਈ ਲਈ ਕਰੀ ਅਣਖਾਂ ਦੀ ਗੱਲ ਜਾਂਦਾ ਯੋਧਿਆਂ ਦੇ ਵੱਲ ਜਾਂਦਾ ਸਵਰਗਾਂ ਦੇ ਗਿਆ ਉਹ ਰਾਹ ਦੱਸ ਦਈ ਨਾਮ ਅੱਗੇ ਲਾ ਕੇ ਸ਼ਹੀਦ ਬੇਬੇ ਮੇਰੀਏ ਮਾਣ ਨਾਲ ਸਾਰਿਆਂ ਨੂੰ ਨਾਂ ਦੱਸ ਦਈ पंजाब न्यूज़ देख रहे सारे ही देश के दर्शकों का मैं हरजीत कौर स्वागत करती हाँ दर्शकों जिथे तुसी देखिया कि लगातार दिल्ली विच किसानी अंदोलन चल रहा तो नौजवानों ने इस किसानी अंदोलन दे विच बड़ी संजीदगी दे नाल सेवा की हैगी आ एक साडे नाल वीर है तुसी देख सकते हो जिहड़ा कि इस किसानी अंदोलन च लगातार कपड़े धोने की सेवा भी कर रहा तो राइटर भी ने तो सिंगर भी ने अक्सर असीं देखिया तुसी सैलीब्रिटी फेमस सिंगर तो देखे होणगे पर किसानी अंदोलन दे विच रह के उहनूं परख के ਆਪਾਂ ਕਹਿ ਸਕਦੇ ਜਿਵੇਂ ਐਕਸਪੀਰੀਅੰਸ ਲੈਣਾ 6 ਮਹੀਨਿਆਂ ਦਾ ਜੋ ਇੱਥੇ ਵਾਪਰਿਆ ਉਤਰਾਵ ਚੜਾਵ ਜੋ ਆਏ ਨੇ ਉਸ ਨੂੰ ਦੇਖਦਿਆਂ ਹੋਇਆ ਇਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਰਹਿੰਦਿਆਂ ਹੋਇਆ ਇੱਕ ਗੀਤ ਆਪਣਾ ਜਿਹੜਾ ਕਿ ਇਸ ਕਿਸਾਨੀ ਅੰਦੋਲਨ ਤੇ ਕੱਢਿਆ ਅੱਜ ਤੁਸੀਂ ਦੇਖਿਆ ਕਿ ਅਸੀਂ ਪਹਿਲਾਂ ਵੀ ਸਿੰਗਰਾਂ ਨੂੰ ਬਹੁਤ ਲੈ ਕੇ ਆਏ ਆ ਪ੍ਰਮੋਟ ਹੋਏ ਨੇ ਸਾਡੇ ਚੈਨਲ ਦੇ ਜ਼ਰੀਏ ਪਰ ਇਸ ਵੀਰ ਨੇ ਕੁਝ ਅਲੱਗ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਦੂਜਾ ਪਾਸੇ ਦੱਸ ਦਈਏ ਤੁਹਾਨੂੰ ਕਿ ਉਹ ਇਤਿਹਾਸ ਨਾਲ ਵੀ ਜੁੜੇ ਨੇ ਜਿਹੜਾ ਕਿ ਸ਼ਾਇਦ ਕਿਤੇ ਨਾ ਕਿਤੇ ਨੌਜਵਾਨ ਵਾਂਝੇ ਹੋ ਚੁੱਕੇ ਸੀ ਸਾਬਾ ਸੂਰਤ ਹੋਣ ਦੇ ਬਾਵਜੂਦ ਵੀ ਇਸ ਲਾਈਨ ਦੇ ਵਿੱਚ ਹੈਗੇ ਨੇ ਕਿਉਂਕਿ ਪਹਿਲਾਂ ਲੋਕ ਸਮਝਦੇ ਸੀਗੇ ਕਿ ਗੀਤਾਂ ਦੇ ਜ਼ਰੀਏ ਇੱਥੇ ਲੋਕ ਆਏ ਨੇ ਗੀਤ ਕੱਢੇ ਨੇ ਗਾ ਕੇ ਚਲੇ ਗਏ ਨੇ ਫੇਮਸ ਹੋਏ ਨੇ ਪਰ ਹੁਣ ਇੱਥੇ ਕੋਈ ਸਿੰਗਰ ਜਿਹੜਾ ਦਿਖ ਨਹੀਂ ਰਿਹਾ ਪਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਜਿੱਥੇ ਉਹ ਆਪਣੇ ਇੱਕ ਇਹਨਾਂ ਨੂੰ ਦੇਖ ਕੇ ਕਿਸਾਨੀ ਅੰਦੋਲਨ ਨੂੰ ਦੇਖਦਿਆਂ ਹੋਇਆ ਲਿਖਿਆ ਵੀ ਹੈ ਤੇ ਗਾਇਆ ਵੀ ਹੈ ਸਵਾਗਤ ਕਰਾਂਗੇ ਇਸ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਕੀ ਤੁਹਾਡਾ ਵੀਰ ਜੀ ਮੇਰਾ ਨਾਮ ਅਮਰਿਤ ਸਿੰਘ ਨਿਹੋਲਕੀ ਆ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਐਕਸਪੀਰੀਅੰਸ ਅਸੀਂ ਪੁੱਛਣਾ ਚਾਹਾਂਗੇ ਕਿਸਾਨੀ ਅੰਦੋਲਨ ਦੇ ਵਿੱਚ ਕਦੋਂ ਤੋਂ ਹੈਗੇ ਹੋ ਜਿਸ ਤਰ੍ਹਾਂ ਕੱਪੜੇ ਧੋਣ ਦੀ ਤਾਂ ਤੁਸੀਂ ਸੇਵਾ ਕਰ ਰਹੇ ਹੋ ਹੋਰ ਕੀ ਕੀ ਦੇਖ ਰਹੇ ਹੋ ਇੱਥੇ ਮਤਲਬ ਕਿ ਅਸੀਂ ਦਸੰਬਰ ਤੋਂ ਆ ਗਏ ਸੀਗੇ ਮਸ਼ੀਨਾਂ ਲੈ ਕੇ ਤੇ ਦਸੰਬਰ ਮਹੀਨੇ ਤੋਂ ਮਤਲਬ ਕਿ ਲਗਾਤਾਰ ਹੁਣ ਤੱਕ ਆਪਣੇ ਕੱਪੜੇ ਧੋਣ ਦੀ ਸੇਵਾ ਚੱਲ ਰਹੀ ਹੈ KFC ਦੇ ਲਾਗੇ ਤੇ ਉਹ ਜਿੰਨਾ ਚਿਰ ਕਿਸਾਨੀ ਸੰਘਰਸ਼ ਨਹੀਂ ਖਤਮ ਹੁੰਦਾ ਉਹ ਸੇਵਾ ਚੱਲਦੀ ਰਹੇਗੀ ਜੀ ਅਮਰਿਤ ਸਿੰਘ ਜੀ ਜਿਸ ਹਿਸਾਬ ਦੇ ਨਾਲ ਤੁਸੀਂ ਇੱਥੇ ਗੀਤ ਪਹਿਲਾਂ ਤਾਂ ਆਪਾਂ ਕਹਿੰਦੇ ਤੁਸੀਂ ਲਿਖਿਆ ਆਪ ਤੁਸੀਂ ਕਹਿੰਦੇ ਹੋ ਕਿ ਮੈਂ ਆਪ ਲਿਖਿਆ ਤੇ ਆਪ ਗਾਇਆ ਰੁਝਾਨ ਕਿਵੇਂ ਪਿਆ ਇਧਰ ਦਾ ਪਹਿਲਾਂ ਪੈਸ਼ਨ ਤੋਂ ਇਹੀ ਕੰਮ ਕਰ ਰਹੇ ਸੀ ਜਾਂ ਹੁਣ ਤੋਂ ਤੁਸੀਂ ਲਿਖਣਾ ਔਰ ਗਾਉਣਾ ਸ਼ੁਰੂ ਨਹੀਂ ਦੇਖਿਆ ਜਾਵੇ ਮੇਰੇ ਘਰਦਿਆਂ ਵੱਲੋਂ ਕੋਈ ਇਦਾਂ ਦਾ ਬੈਕ ਕੋਈ ਹੈ ਨਹੀਂ ਸੀ ਕੋਈ ਕਲਾਕਾਰ ਜਾਂ ਕੋਈ ਰਾਈਟਰ ਇਦਾਂ ਦਾ ਹੈ ਨਹੀਂ ਸੀ ਤੇ ਮਤਲਬ ਕਿ ਮੇਰਾ ਇਹ ਸਕੂਲ ਟਾਈਮ ਤੋਂ ਰੁਝਾਨ ਪਿਆ ਇੱਧਰ ਲਿਖਣ ਲਿਖਾਉਣ ਦਾ ਪਹਿਲਾਂ ਮੈਂ ਲਿਖਦਾ ਹੁੰਦਾ ਸੀਗਾ ਆਪਣੀ ਰੋਜ਼ ਦੀ ਰੂਟੀਨ ਲਿਖ ਲਈ ਕਹਾਣੀਆਂ ਲਿਖ ਲਈਆਂ ਉਹ ਤੋਂ ਹੌਲੀ ਹੌਲੀ ਸਟਾਰਟ ਹੁੰਦਾ ਤੇ ਮਤਲਬ ਕਿ ਆਪ ਹੀ ਗਾਉਣ ਦਾ ਇੱਧਰ ਨੂੰ ਰੁਝਾਨ ਪੈ ਗਿਆ ਜੀ ਤੇ ਕਿੰਨਾ ਦੇ ਗੀਤ ਤੁਸੀਂ ਕਿਸਾਨੀ ਅੰਦੋਲਨ ਦੇ ਉੱਪਰ ਲਿਖੇ ਮੇਰਾ 13 ਤਰੀਕ ਨੂੰ ਰਿਲੀਜ਼ ਹੋਇਆ ਸੀਗਾ ਪਿਛਲੇ ਮੰਥ ਹੀ ਗੀਤ ਉਹ ਕਿਸਾਨੀ ਸੰਘਰਸ਼ ਤੇ ਹੀ ਸੀਗਾ ਇਹੋ ਮੇਰਾ ਪਿਛਲੇ ਦਸੰਬਰ ਮਹੀਨੇ 'ਚ ਵੀ ਹੋਇਆ ਸੀਗਾ ਰਿਲੀਜ਼ ਇੱਕ ਗੀਤ ਤੇ ਮਤਲਬ ਕਿ ਸਾਰੇ ਜਿੰਨੇ ਹੁਣ ਸਟਾਰਟਿੰਗ ਮਤਲਬ ਕਿਸਾਨੀ ਸੰਘਰਸ਼ ਤੋਂ ਤੁਹਾਡਾ ਮੇਰਾ 24 ਦਸੰਬਰ ਨੂੰ ਰਿਲੀਜ਼ ਹੋਇਆ ਸੀਗਾ 2020 ਦੇ ਵਿੱਚ ਕੁਰਬਾਨੀਆਂ ਤੇ ਹੁਣ 13 ਤਰੀਕ ਨੂੰ ਰਿਲੀਜ਼ ਹੋਇਆ ਉਹ ਬਾਗੀ ਸੋਚ ਸੀ ਹਾਂਜੀ
ਵੀਰ ਜੀ ਜਿਸ ਹਿਸਾਬ ਦੇ ਨਾਲ ਬਾਗੀ ਸੋਚ ਤੁਸੀਂ ਕਿਹਾ ਤੇ ਕੁਰਬਾਨੀਆਂ, ਤੁਸੀਂ ਇਤਿਹਾਸ ਤੋਂ ਸੇਧ ਲੈ ਕੇ ਇਧਰ ਨੂੰ ਜਾ ਰਹੇ ਹੋ ਨਾ, ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ, ਕਈ ਸਿੰਗਰ ਆਏ ਨੇ ਆ ਕੇ ਗੀਤ ਗਾਉਂਦੇ ਨੇ, ਫਿਰ ਪੈਸਾ ਖੱਟ ਲੈਂਦੇ ਨੇ, ਪਰ ਦੁਬਾਰਾ ਉਹ ਇੱਥੇ ਇਸ ਦੇ ਵਿੱਚ ਵਿਚਰਦੇ ਨਹੀਂ ਹੈਗੇ ਤੇ ਖੜਦੇ ਨਹੀਂ ਹੈਗੇ। ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ, ਜਾਂ ਉਹਨਾਂ ਦਾ ਗੀਤਾਂ ਦੇ ਤੇ ਤੁਹਾਡੇ ਗੀਤਾਂ 'ਚ ਕੀ ਫਰਕ? ਮੈਂ ਇਹੀ ਕਹਿਣਾ ਚਾਹੂੰਗਾ, ਕਈ ਲੋਕਾਂ ਨੇ ਨਾ, ਕਈ ਸਿੰਗਰਾਂ ਨੇ ਆਹ ਚੀਜ਼ ਨੂੰ ਆਪਣਾ ਬਿਜ਼ਨਸ ਵੀ ਬਣਾਇਆ। ਆਪਾਂ ਇਸ ਚੀਜ਼ ਤੋਂ ਮੁੱਕਰ ਨਹੀਂ ਸਕਦੇ ਵੀ ਹਾਂ ਕਿਸਾਨੀ ਨੂੰ ਆਪਣਾ ਬਿਜ਼ਨਸ ਬਣਾਇਆ। ਉਹਨਾਂ ਨੇ ਗੀਤ ਕੱਢੇ, ਇੱਕ ਦੋ ਦੋ ਗੀਤ ਕੱਢੇ, ਵੀਡੀਓ ਬਣਾਈਆਂ ਤੇ ਉਹ ਚਲੇ ਗਏ ਹੈ ਨਾ। ਤੇ ਮੇਰੀ ਨਾਲ ਦੇ ਨਾਲ ਇਹੀ ਬਹਿਸ ਹੁੰਦੀ ਆ, ਉਹ ਕਹਿੰਦੇ ਵੀ ਤੂੰ ਸਾਹਮਣੇ ਕਿਉਂ ਨਹੀਂ ਆਉਂਦਾ ਹੈ ਨਾ। ਮੈਂ ਇਹੀ ਗੱਲ ਕਹਿੰਦਾ ਸੀਗਾ, ਮੈਂ ਵੀ ਜੇ ਆਇਆ ਤਾਂ ਉਸ ਅਕਾਲ ਪੁਰਖ ਸਾਹਮਣੇ ਲੈ ਕੇ ਆਏਗਾ। ਵੀ ਮੈਂ ਉਹਨਾਂ ਸਿੰਗਰਾਂ 'ਚੋਂ ਨਹੀਂ ਬਣਨਾ ਚਾਹੁੰਦਾ ਵੀ ਜੋ ਗੀਤ ਕੱਢਿਆ ਆਪਣਾ ਰਿਲੀਜ਼ ਕੀਤਾ, ਉਰੇ ਆ ਕੇ ਫੇਮ ਲੈਣ ਲਈ ਵੀਡੀਓ ਵਗੈਰਾ ਇੰਟਰਵਿਊ ਵਗੈਰਾ ਕੀਤੀ ਤੇ ਚਲੇ ਗਏ। ਮੈਂ ਕਿਹਾ ਮੈਂ ਉਰੇ ਥੰਮ ਬਣ ਕੇ ਰਹਿਣਾ ਚਾਹੁੰਦਾ ਏ ਵੀ ਹਾਂ ਵੀ ਜਿੰਨਾ ਟਾਈਮ ਆਪਣਾ ਕਿਸਾਨੀ ਸੰਘਰਸ਼ ਰਹੇਗਾ ਮੈਂ ਇੱਥੇ ਬੈਠ ਕੇ, ਇੱਥੇ ਲਿਖ ਕੇ, ਇੱਥੇ ਸਟੇਜ ਤੇ ਗਾਵਾਂ, ਤਾਂ ਕਿ ਐਦਾਂ ਨਾ ਹੋਵੇ ਵੀ ਹਾਂ ਵੀ ਮੈਂ ਆਪਣੇ ਲਾਲਚ ਲਈ ਜਾਂ ਫੇਮ ਲਈ ਮੈਂ ਗਾਉਂਦਾ ਫਿਰਾਂ ਹੈ ਨਾ। ਫੇਮ ਇੱਕ ਅਲੱਗ ਚੀਜ਼ ਆ ਜਾਂਦੀ ਤੇ ਆਪਣੀ ਇੱਕ ਜਾਗਦੀ ਜ਼ਮੀਰ ਨੂੰ ਰੱਖ ਕੇ ਗਾਉਣਾ ਤੇ ਲਿਖਣਾ ਉਹ ਇੱਕ ਅਲੱਗ ਪਲੇਟਫਾਰਮ ਹੋ ਜਾਂਦਾ, ਜੋ ਕਿ ਮੈਂ ਉਹੀ ਜਾਗਦੀ ਜ਼ਮੀਰ ਵੱਲ ਦੇਖ ਕੇ ਉਹੀ ਰੱਖਣਾ ਚਾਹੁੰਦਾ ਵੀ ਹਾਂ ਵੀ ਕੋਈ ਕੱਲ ਨੂੰ ਐਦਾਂ ਨਾ ਹੋਵੇ ਵੀ ਹਾਂ ਵੀ ਕੋਈ ਗਲਤ ਤਰੀਕੇ ਨਾਲ ਕਹੇ ਵੀ ਹਾਂ ਵੀ ਉਹਨੇ ਗਾਣੇ ਕੱਢੇ, ਆਪਣਾ ਫੇਮ ਲਿਆ ਤਾਂ ਵਾਪਸ ਆ ਗਿਆ। ਉਹ ਚੀਜ਼ ਨਹੀਂ ਜੀ ਮੈਂ ਕਰਨੀ ਚਾਹੁੰਦਾ ਜੀ। ਇਸੇ ਗੱਲ ਤੋਂ ਮੈਨੂੰ ਵੀ ਇਦਾਂ ਲੱਗਾ, ਕਿਉਂਕਿ ਤੁਸੀਂ ਕਿਸੇ ਨੂੰ ਆਪਣਾ ਸੌਂਗ ਜਿਹੜਾ ਕਿਸੇ ਕੰਪਨੀ ਨੂੰ ਦਿੱਤਾ ਨਹੀਂ ਹੈਗਾ, ਤੁਸੀਂ ਆਪਣੇ ਹੀ ਪੇਜ ਤੇ ਪਾਇਆ। ਕਿਉਂ ਤੁਸੀਂ ਅੱਗੇ, ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ ਮੈਂ ਇਸ ਕਰਕੇ ਅੱਗੇ ਨਹੀਂ ਆਉਣਾ ਚਾਹੁੰਦਾ, ਪਰ ਕਿਸੇ ਕੰਪਨੀ ਨੂੰ ਆਪਾਂ ਸੌਂਗ ਦਿੰਦੇ ਆ ਕਿ ਇੱਕ ਪੈਸੇ ਦੇ ਲਈ, ਤਾਂ ਉਹ ਤੁਹਾਡੇ ਵਿੱਚ ਕਿਉਂ ਨਹੀਂ ਆਇਆ? ਮਤਲਬ ਤੁਸੀਂ ਕਿਉਂ ਨਹੀਂ ਚਾਹਿਆ? ਮੈਂ ਪਹਿਲਾਂ ਮਤਲਬ ਜਦੋਂ ਗਾਣਾ ਤਿਆਰ ਕੀਤੇ ਨਾ, ਮਤਲਬ ਕਿ 3-4 ਗੀਤ ਤਿਆਰ ਕੀਤੇ ਹੈ ਨਾ, ਮੈਂ ਮਤਲਬ ਕਰਾਂਗਾ ਤਾਂ ਇਸ ਕਿਸਾਨੀ ਸੰਘਰਸ਼ ਤੇ ਹੀ, ਤੇ ਰਿਕਾਰਡ ਕੀਤੇ ਤਾਂ ਜਦੋਂ ਸੁਣਾਏ ਤਾਂ ਉਹਨਾਂ ਨੇ ਮੈਨੂੰ ਅੱਗੋਂ ਇਹ ਰਿਪਲਾਈ ਕੀਤਾ, ਕਹਿੰਦਾ ਵੀ ਕਾਕਾ ਇਹ ਗੀਤ ਚੱਲਣ ਵਾਲੇ ਨਹੀਂ ਹੈ ਤੇਰੇ, ਠੀਕ ਹੈ ਨਾ। ਉਹਨਾਂ ਨੇ ਮੈਨੂੰ ਇਦਾਂ ਕਿਹਾ, ਤਾਂ ਮੈਂ ਉਸ ਟਾਈਮ ਮਤਲਬ ਕਿ ਮੇਰੇ ਨਾਲ ਦੇ ਨਵ ਖੱਟੜੇ, ਅਮਨ ਬਾਠ, ਜੱਸ ਬਾਠ, ਹੈਰੀ ਮਹਾਲਾਈ, ਜਗਵੀਰ ਸੈਣੀ, ਸਾਰਿਆਂ ਨੇ ਮੈਨੂੰ ਇਹੀ ਅਪਰੋਚ ਕੀਤੀ ਵੀ ਹਾਂ ਵੀ ਜੇ ਕੋਈ ਚੈਨਲ ਵਾਲਾ ਛੱਡ ਰਿਹਾ ਕੋਈ ਚੱਕਰ ਨਹੀਂ ਹੈ, ਤੂੰ ਆਪਣੇ ਚੈਨਲ ਤੇ ਆਪ ਕਰ। ਕੋਈ ਵਿਊ ਦਾ ਕੋਈ ਰੌਲਾ ਨਹੀਂ ਸੀਗਾ ਸਾਨੂੰ ਵੀ ਹਾਂ ਕੋਈ ਸਾਨੂੰ ਸੁਣੇ ਜਾਂ ਨਾ ਸੁਣੇ, ਉਹਦਾ ਕੁਝ ਸਾਨੂੰ ਇੱਕ ਇਹ ਸੰਤੁਸ਼ਟੀ ਸਾਡੀ ਟੀਮ ਨੂੰ ਇਸ ਰਹੀ ਵੀ ਹਾਂ ਵੀ ਜੇ ਆਪਾਂ ਨੇ ਲਿਖਿਆ ਤਾਂ ਸੱਚ ਦੇ ਆਧਾਰ ਤੇ ਲਿਖਿਆ, ਕੋਈ ਗਲਤ ਕਿਸੇ ਨੂੰ ਤਰੀਕੇ ਨਾਲ ਪ੍ਰਮੋਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਜਿਹੜਾ ਤੁਸੀਂ ਸੌਂਗ ਲਿਖਿਆ ਜੇ ਕਿਸੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਸੇ ਸਿੰਗਰ ਨੂੰ, ਤਾਂ ਉਹਨਾਂ ਨੇ ਕਿਹਾ ਕਿ ਵੀ ਤੇਰੇ ਸੌਂਗ ਚੱਲਣੇ ਨਹੀਂ। ਹਾਂ, ਉਹਨਾਂ ਨੇ ਕਿਹਾ ਇਹ ਤੇਰੇ ਸੌਂਗ ਚੱਲਣੇ ਵਾਲੇ ਨਹੀਂ। ਵੀ ਇਹਨਾਂ ਦਾ ਟਾਈਮ ਜਿੱਕਣਾ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਦੇਖਦੇ ਹਾਂ, ਹਰ ਇੱਕ ਸਿੰਗਰ ਨੇ ਇਹੀ ਗੀਤ ਕੱਢੇ ਵੀ ਹਾਂ ਵੀ ਕਿਸਾਨੀ ਸੰਘਰਸ਼ ਤੇ ਦਿੱਲੀ ਤੇ ਹੈ ਨਾ। ਤੇ ਮੈਂ ਉਹਨਾਂ ਤੋਂ ਬਾਅਦ ਸਟਾਰਟ ਕੀਤਾ, ਕਿਉਂਕਿ ਉਹ ਲਹਿਰ ਸੀਗੀ, ਮੈਨੂੰ ਇੰਨਾ ਪਤਾ ਸੀਗਾ ਵੀ ਹਾਂ ਜਿਹੜੀਆਂ ਲਹਿਰਾਂ ਚੱਲਦੀਆਂ ਹੁੰਦੀਆਂ ਮੈਂ ਉਹਨਾਂ ਲਹਿਰਾਂ 'ਚ ਵਗਣਾ ਨਹੀਂ ਚਾਹੁੰਦਾ ਹੈ ਨਾ। ਮੇਰੀ ਇੱਕ ਅਲੱਗ ਹਵਾ ਹੋਵੇ ਜੋ ਕਿ ਪਤਾ ਲੱਗੇ ਵੀ ਹਾਂ ਵੀ ਲਹਿਰ ਉੱਠੀ ਆ ਹੈ ਨਾ। ਤਾਂ ਮੇਰੀ ਹੁਣ ਤੱਕ ਵੀ ਇਹੀ ਕੋਸ਼ਿਸ਼ ਹੈ ਵੀ ਹਾਂ ਵੀ ਜੇ ਮੈਂ ਕਰਾਂ ਤਾਂ ਆਪਣਾ ਇੱਕ ਅਲੱਗ ਤਰੀਕੇ ਨਾਲ ਕਰਾਂ। ਬਾਕੀ ਕਲਾਕਾਰਾਂ ਦੇ ਵਾਂਗ ਮੈਂ ਉਸ ਟਾਈਮ ਵੀ ਤਾਂ ਹੀ ਨਹੀਂ ਸੀ ਕੀਤਾ ਹੈਗਾ ਵੀ ਹਾਂ ਵੀ ਗੀਤ ਵੀ ਹਾਂ ਵੀ ਰੁਝਾਨ ਚੱਲ ਰਿਹਾ। ਤੇ ਬਾਕੀ ਰਹੀ ਗੱਲ ਕੰਪਨੀਆਂ ਦੀ, ਕੰਪਨੀਆਂ ਨੇ ਸਾਨੂੰ ਸਾਫ਼ ਇਨਕਾਰ ਕਰਤਾ ਸੀਗਾ ਵੀ ਕਾਕਾ ਇਹ ਤੇਰੇ ਗੀਤ ਚੱਲਣੇ ਵਾਲੇ ਨਹੀਂ ਹੈ, ਵੀ ਹਾਂ ਵੀ ਇਹ ਨਹੀਂ ਕੋਈ ਸਾਨੂੰ ਕੋਈ ਅਲੱਗ ਜੀ ਚੀਜ਼ ਜਿੱਕਣਾ ਰਫਲਾਂ ਦਨਾਲੀਆਂ ਵਾਲੇ ਗੀਤ ਚੱਲ ਰਹੇ ਆ, ਵੀ ਕੋਈ ਇਹੋ ਜਿਹੀ ਚੀਜ਼ ਲੈ ਕੇ ਆ ਤਾਂ ਜੋ ਚੱਲ ਸਕੇ। ਮੈਂ ਉਸ ਚੀਜ਼ ਤੋਂ ਕਾਰਨ ਮੈਂ ਉਹੀ ਅੱਜ ਦੀ ਜਨਰੇਸ਼ਨ ਆਹ ਚੀਜ਼ ਤੋਂ ਜੇ ਲੋਕ ਤੱਥ ਦਾ ਦੇਖਿਆ ਜਾਵੇ ਲਹਿਰ ਉੱਠੀ ਹੈ ਤਾਂ ਉਹ ਚੀਜ਼ 'ਚ ਆਪਾਂ ਇੱਦਾਂ ਨਹੀਂ ਵੀ ਨਹੀਂ ਹੋਊਗੀ, ਤਾਂ ਕੋਸ਼ਿਸ਼ ਇਹੀ ਆ ਵੀ ਅੱਗੇ ਸਟੈਪ ਬਾਈ ਸਟੈਪ ਸਾਰਾ ਕੁਝ ਚੇਂਜ ਹੋਏਗਾ। ਪਰ ਜਿਹੜੀ ਅੱਜ ਦੀ ਨੌਜਵਾਨੀ, ਅੱਜ ਦੀ ਜਨਰੇਸ਼ਨ ਹੈ ਇਹੀ ਚੀਜ਼ ਮੰਗ ਰਹੀ ਹੈ, ਜਿਕਣਾ ਗੈਂਗਸਟਰ ਟਾਈਪ ਹੋ ਗਏ, ਜਿਕਣਾ ਕਿ ਅੱਜ ਕੱਲ੍ਹ ਚੱਲ ਰਿਹਾ ਮੈਂ ਜਿਵੇਂ ਵੀ ਹੈ ਨਾ, ਵੀ ਉਹ ਚੀਜ਼ ਤੋਂ ਮੁਨਕਰ ਹੋ ਕੇ ਲੋਕ ਵੀ ਸੱਚ ਦੇ ਆਧਾਰ ਤੇ ਹੀ ਮਤਲਬ ਕਿ ਮੇਰਾ ਉਹ ਚੱਲਣ ਦਾ ਸੀਗਾ ਵੀ ਹਾਂ ਵੀ ਜੇ ਚੱਲੀਏ ਤਾਂ ਸੱਚ ਦੇ ਆਧਾਰ ਤੇ ਚੱਲੀਏ ਜੀ। ਤੁਸੀਂ ਇਸ ਕਿਸਾਨੀ ਅੰਦੋਲਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਫਿਰ, ਜਿਸ ਹਿਸਾਬ ਨਾਲ ਤੁਸੀਂ ਲਿਖਿਆ ਵੀ ਆਪ ਅਤੇ ਗਾਇਆ ਵੀ? ਹਾਂਜੀ, ਕਿਸਾਨੀ ਸੰਘਰਸ਼ ਇੱਕ ਅਲੱਗ ਜਿਕਣਾ ਹਰ ਇੱਕ ਬੰਦੇ ਲਈ ਅਲੱਗ ਲਹਿਰ ਲੈ ਕੇ ਆਇਆ ਵੀ ਹਾਂ, ਜਿਹਦੇ ਵਿੱਚ ਸੇਵਾਦਾਰ ਵੀ ਨੇ, ਰਾਈਟਰ ਆਪਣੀਆਂ ਕਵਿਤਾਵਾਂ ਜਿਵੇਂ ਵੀ ਪੇਸ਼ ਕਰਦੇ ਨੇ, ਸਟੇਜ ਤੋਂ ਇੱਕ ਅਲੱਗ ਲਹਿਰ ਮਿਲੀ ਆ ਉਹਨਾਂ ਨੂੰ, ਤਾਂ ਵੀ ਇੱਕ ਅਲੱਗ ਪਲੇਟਫਾਰਮ ਵੀ ਮਿਲਿਆ ਇਹ, ਜੋ ਕਿ ਲੋਕਾਂ ਨੂੰ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਲਈ ਜਾਗਰੂਕ ਕਰਨ ਲਈ ਵੀ ਆਪਣੀਆਂ ਕਵਿਤਾਵਾਂ ਪੇਸ਼ ਕਰਦੇ ਨੇ, ਬੁਲਾਰੇ ਆਉਂਦੇ ਨੇ। ਉਹ ਇੱਕ ਅਲੱਗ ਲਹਿਰ ਉੱਠੀ ਹੈ ਇਹ, ਜੋ ਕਿ ਇਹਦੇ ਅੰਦੋਲਨ ਦੇ ਵਿੱਚੋਂ ਹੀ ਹੋਈ ਹੈ। ਤੁਸੀਂ ਕਿੱਦਾਂ ਜਾਗਰੂਕ ਕਰ ਰਹੇ ਹੋ ਲੋਕਾਂ ਨੂੰ, ਜਿਸ ਤਰ੍ਹਾਂ ਗੀਤਾਂ ਦੇ ਜ਼ਰੀਏ ਜਾਂ ਲਿਖਤ ਦੇ ਜ਼ਰੀਏ? ਤੁਸੀਂ ਮੇਰੀ ਮਤਲਬ ਕਿ ਸੋਸ਼ਲ ਮੀਡੀਆ ਤੇ ਵੀ ਹੈ, ਮਤਲਬ ਕਿ ਅਮਰਤ ਸਿੰਘ ਨਿਹੋਲਕੀਆ ਦੇ ਆਈਡੀ ਤੇ ਉਹਦੇ ਤੇ ਮਤਲਬ ਕਿ ਆਪਣੀਆਂ ਪੋਸਟਾਂ ਵਗੈਰਾ ਸ਼ੇਅਰ ਲਿਖ ਕੇ ਪਾਉਣੇ ਹੈ ਨਾ, ਉਹਨਾਂ ਤੇ ਸਾਰਾ ਕੁਝ ਉਹ ਕਰਕੇ ਲਿਖ ਕੇ ਪਾਉਣਾ, ਤਾਂ ਜੋ ਜਿਹੜੇ ਪੰਜਾਬ ਬੈਠੇ ਨੇ ਕਹਿ ਰਹੇ ਨੇ ਕਿ ਵੀ ਹਾਂ ਵੀ
ਜਿੱਦਾਂ ਕੋਈ ਵੀ ਹੋਵੇ ਜਾਗਰੂਕ ਹੋਵੇ ਵੀ ਹਾਂ ਅਗਲੇ ਨੂੰ ਇਦਾਂ ਲੱਗੇ ਵੀ ਨਹੀਂ ਉੱਠ ਕੇ ਜਾਣ ਦੀ ਲੋੜ ਹੈਗੀ ਆ। ਹੁਣ ਬੇਸ਼ੱਕ ਹੁਣ ਲਹਿਰ ਵੱਧ ਰਹੀ ਆ ਹੁਣ ਹਨਾ, ਪਹਿਲਾਂ ਵਾਂਗ ਵੀ ਸਾਰਾ ਕੁਝ ਹੋ ਰਿਹਾ ਏ, ਤਾਂ ਮੈਨੂੰ ਇਹੀ ਕੋਸ਼ਿਸ਼ ਹੁੰਦੀ ਆ ਮੇਰੀ ਵੀਡੀਓ ਮੇਰੀ ਰਾਈਟ ਦੇਖ ਕੇ ਜਾਂ ਕੁਝ ਵੀ ਕਰਕੇ ਜੇ ਹੌਲੀ ਹੌਲੀ ਕਰਕੇ ਨੌਜਵਾਨ ਜਾਂ ਕੋਈ ਵੀ ਆਉਂਦਾ ਏ ਤਾਂ ਉਹ ਮੇਰੇ ਲਈ ਬਹੁਤ ਵਧੀਆ ਗੱਲ ਹੈ। ਕੋਈ ਮੈਨੂੰ ਦੇਖ ਕੇ ਇਸ ਅੰਦੋਲਨ ਦੇ ਵਿੱਚ ਆ ਰਿਹਾ, ਜੋ ਕਿ ਆਉਣ ਦੀ ਹੁਣ ਬਹੁਤ ਜ਼ਿਆਦਾ ਲੋੜ ਹੈ ਇਸ ਅੰਦੋਲਨ ਦੇ ਵਿੱਚ। ਜਿਸ ਹਿਸਾਬ ਨਾਲ ਤੁਸੀਂ ਕਿਹਾ ਕਿ ਕੰਪਨੀਆਂ ਤੁਹਾਡਾ Song ਪਸੰਦ ਨਹੀਂ ਕੀਤਾ, ਉਹਨਾਂ ਨੇ ਚਲਾਇਆ ਨਹੀਂ ਜਾਂ ਸਿੰਗਰਾਂ ਨੇ ਅੱਗੇ ਲਿਆ ਨਹੀਂ, ਪਰ ਆਮ ਜਨਤਾ ਦੀ ਗੱਲ ਕਰਦੇ ਆ, ਆਮ ਲੋਕ ਜਿੱਥੇ ਤੁਸੀਂ ਵਿਚਰਦੇ ਹੋ, ਤੁਸੀਂ ਸਾਬਰ ਸੂਰਤ ਹੈਗੇ ਆ, ਤਾਂ ਕਿਤੇ ਇਹ ਵੀ ਤੁਹਾਡਾ ਵਿੱਚੋਂ ਇਹ ਤਾਂ ਨਹੀਂ ਹੋਇਆ ਉਹਨਾਂ ਨੂੰ ਕਿ ਵੀ ਇਹ ਸਾਬਰ ਸੂਰਤ ਇਹਨੂੰ ਅੱਗੇ ਲਿਆਉਣਾ ਚਾਹੀਦਾ ਜਾਂ ਨਹੀਂ ਚਾਹੀਦਾ, ਮਤਲਬ ਕਿਸੇ ਦੇ ਮਨ ਵਿੱਚ ਇਦਾਂ ਤਾਂ ਨਹੀਂ ਆਇਆ? ਮੇਰੇ ਨਾਲ ਦਿਆਂ ਨੂੰ ਕਦੇ ਵੀ ਇਦਾਂ ਨਹੀਂ ਹੋਇਆ ਵੀ ਹਾਂ ਵੀ ਸਾਬਤ ਸੂਰਤ ਹੈ ਇਹਨੂੰ ਅਸੀਂ ਪਿੱਛੇ ਧੱਕੀਏ। ਜਿੰਨੇ ਵੀ ਸਾਰੇ ਕਾਰਨ ਚੱਕਲ ਵਿੱਕੀ ਹੋ ਗਿਆ, ਛਿੰਦੇ ਚਾਚੇ ਨਹੀਂ ਹੋ ਗਏ, ਸਾਰਿਆਂ ਨੇ ਮਤਲਬ ਕਿ ਅਪਰੋਚ ਹੀ ਕੀਤੀ ਵੀ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਆਵੇ ਇਹ ਹਨਾ, ਵੀ ਹਾਂ ਵੀ ਸਾਬਤ ਸੂਰ ਹੈ, ਸੱਚ ਦੇ ਆਧਾਰ ਤੇ ਗੱਲਾਂ ਨੇ ਇਹਦੀਆਂ, ਠੀਕ ਹੈ ਨਾ, ਵੀ ਹਾਂ ਵੀ ਕਦੇ ਵੀ ਕਿਸੇ ਨੇ ਸਾਨੂੰ ਇਦਾਂ ਨਹੀਂ, ਮੈਨੂੰ ਖਾਸ ਕਰਕੇ ਉਹ ਨਹੀਂ ਕੀਤਾ। ਸਭ ਕੁਛ ਸਟੇਜ ਤੇ ਸੀਗਾ, ਮਤਲਬ 2-3 ਦਿਨ ਤੋਂ ਮਤਲਬ ਕਿ ਬੋਲਣ ਦਿੱਤਾ ਨਹੀਂ ਸੀ ਜਾ ਰਿਹਾ ਹੈਗਾ, ਕਿਉਂਕਿ ਗੀਤ ਤਿਆਰ ਕੀਤਾ ਸੀਗਾ ਵੀ ਸੋਚ ਰਿਹਾ ਸੀਗਾ ਵੀ ਹਾਂ ਵੀ ਗਾਈਏ ਹਨਾ ਜੂਨ 84 ਤੇ ਮਤਲਬ ਉਹਦਾ ਮੈਨੂੰ ਕੋਈ ਉਹ ਨਹੀਂ ਹੈ ਵੀ ਹਾਂ ਵੀ ਗਲਤ ਨਹੀਂ ਹੈ ਮੈਂ ਕਹਿ ਰਿਹਾ ਵੀ ਹਾਂ ਵੀ ਇਹਨੇ ਮੈਨੂੰ ਬੋਲਣ ਨਹੀਂ ਦਿੱਤਾ, ਪਰ ਹਾਂ ਅੱਜ ਮੈਨੂੰ ਮੌਕਾ ਮਿਲਿਆ, ਅੱਜ ਮੈਂ ਉਹ ਆਪਣਾ ਸਟੇਜ ਤੇ ਗੀਤ ਗਾਇਆ ਜੀ। ਹਾਂਜੀ ਹਾਂਜੀ ਗਾ ਚੁੱਕਾ। ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ 84 ਦਾ ਘੱਲੂਘਾਰਾ ਦਿਵਸ ਇੱਥੇ ਮਨਾ ਰਹੇ ਸੀ, ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਨੇ, ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਨ੍ਹਾਂ ਨੇ ਜ਼ਮੀਨੀ ਹੱਕ ਲੈ ਕੇ ਦਿੱਤੇ, ਕਿ ਉਸ ਇਤਿਹਾਸ ਦੇ ਨਾਲ ਰਿਲੇਟਡ ਤੁਸੀਂ ਗੀਤ ਜਿਹੜਾ ਉਹ ਕਰਦੇ ਰਹੇ? ਹਾਂਜੀ, ਉਹ ਗੀਤ ਲਿਖਿਆ ਹੀ ਸੀਗਾ ਉਹ 84 ਤੇ ਮਤਲਬ ਕਿ 3-4 ਤਰੀਕ ਨੂੰ ਲਿਖਿਆ ਸੀਗਾ, ਜਿੱਦਾਂ ਕਿ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ, ਸੰਤ ਭਿੰਡਰ ਵਾਲਿਆਂ ਤੇ ਹੋਇਆ ਸੀ, ਅੱਜ ਬੰਦਾ ਬਹਾਦਰ ਸਿੰਘ ਜੀ ਦੀ ਸ਼ਹਾਦਤ ਦਾ ਦਿਨ ਸੀਗਾ ਉਹ। ਹਾਂਜੀ ਉਹਨਾਂ ਦੇ ਸਾਰਾ ਇੱਕ ਸਿੱਖ ਇਤਿਹਾਸ ਦੇ ਵਿੱਚ 2 ਸਾਲ ਨੇ 2 ਮਹੀਨੇ ਨੇ ਜਿਹੜੇ ਵੀ ਕਦੇ ਭੁਲਾਇਆ ਨਹੀਂ ਭੁੱਲੇ ਜਾ ਸਕਦੇ। ਇੱਕ ਦਸੰਬਰ ਦਾ ਮਹੀਨਾ, ਪੋਹ ਦਾ ਮਹੀਨਾ, ਤੇ ਦੂਜਾ ਇਹ ਜੂਨ 84 ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈਗਾ। ਉਹਦੇ ਤੇ ਗੀਤ ਤਿਆਰ ਕਰਕੇ ਸਟੇਜ ਤੇ ਗਾਇਆ ਸੀ। ਜਿਸ ਹਿਸਾਬ ਦੇ ਨਾਲ ਤੁਸੀਂ ਸੰਤਾਂ ਤੇ ਗੀਤ ਲਿਖਿਆ ਸੀ, ਚਾਹੁੰਦੇ ਕਿ ਸਾਡੇ ਚੈਨਲ ਦੇ ਮਾਧਿਅਮ ਵਿੱਚ? ਹਾਂਜੀ ਉਹ ਮੈਂ ਸੁਣਾ ਦਿੰਦਾ ਜੀ। ਹੋ ਪੋਹ ਦਾ ਮਹੀਨਾ ਦੂਜਾ ਜੂਨ 84, ਸਿੱਖ ਕੌਮ ਕਦੇ ਨਹੀਂ ਉਹ ਭੁੱਲ ਸਕਦੀ। ਦਿੱਲੀ ਕੋਲੋਂ ਆਰਡਰ ਸੀ ਪਾਸ ਕਰਵਾ ਕੇ, ਦਿੱਲੀ ਕੋਲੋਂ ਆਰਡਰ ਸੀ ਪਾਸ ਕਰਵਾ ਕੇ, ਫੌਜਾਂ ਹਰਮੰਦਰ ਤੇ ਚੜੀਆਂ, ਪਰ ਕਰਮਾਂ 'ਚ ਹੋਇਆ ਬੜਾ ਲਹੂ ਤੇ ਲੋਹਾਨ, ਗੋਲੀਆਂ ਚਲਾਵੇ ਉਹ ਖੜੀਆਂ। ਪਾਣੀ ਮੰਗਿਆ ਜਿਨ੍ਹਾਂ ਨੇ ਸਾਨੂੰ ਖੂਨ ਦਿੱਤਾ ਸੀ, ਪਾਣੀ ਮੰਗਿਆ ਜਿਨ੍ਹਾਂ ਨੇ ਸਾਨੂੰ ਖੂਨ ਦਿੱਤਾ ਸੀ, ਨਾ ਮੁੜ ਜ਼ੁਲਮ ਹਨੇਰੀ ਐਸੀ ਝੁੱਲ ਸਕਦੀ। ਉਹ ਪੋਹ ਦਾ ਮਹੀਨਾ ਦੂਜਾ ਜੂਨ 84, ਸਿੱਖ ਕੌਮ ਕਦੇ ਨਹੀਂ ਉਹ ਭੁੱਲ ਸਕਦੀ। ਜਾਣ ਕੇ ਸੀ ਘੱਟ ਕੇਰਾ ਪਾ ਲਿਆ ਸੀ ਘੇਰਾ, ਹਾਕਮਾਂ ਨੇ ਵਿੱਚ ਚਮਕੌਰ ਦੇ, ਪੰਗਾ ਕਿਸ ਨਾਲ ਲਿਆ ਬੜੇ ਹੁੰਦੇ ਆ ਧਮਾਕੇ, ਹਿੱਲ ਗਏ ਸੀ ਤਖਤ ਲਾਹੌਰ ਦੇ। ਅੜ ਕੇ ਸਿੰਘਾਂ ਨੇ ਫਿਰ ਮੂੰਹ ਮੋੜ ਤੇ, ਦਸੀਏ ਕਿ 47 ਕਿੰਜ ਖੁੱਲ ਸਕਦੀ। ਉਹ ਪੋਹ ਦਾ ਮਹੀਨਾ ਦੂਜਾ ਜੂਨ 84, ਸਿੱਖ ਕੌਮ ਕਦੇ ਨਹੀਂ ਉਹ ਭੁੱਲ ਸਕਦੀ। ਨਿੱਕੀਆਂ ਸੀ ਜਿੰਦਾ ਪਹਿਲਾਂ ਨੀਹਾਂ ਵਿੱਚ ਖੜ, ਵੱਡਾ ਇਤਿਹਾਸ ਉਹਨਾਂ ਲਿਖਿਆ, ਭਿੰਡਰਾਂ ਵਾਲਾ ਸੀ ਇੱਕ ਸੰਤ ਸਿਪਾਹੀ, ਜੋ ਕਿਸੇ ਅੱਗੇ ਕਦੇ ਵੀ ਨਾ ਵਿਕਿਆ। ਭਾਈ ਅਮਰੀਕ ਕਿੰਜ ਨਾਲ ਖੜਿਆ, ਖੜਨ ਦੀ ਤੋਲਣਾ ਨਹੀਂ ਤੁੱਲ ਸਕਦੀ। ਪੋਹ ਦਾ ਮਹੀਨਾ ਦੂਜਾ ਜੂਨ 84, ਸਿੱਖ ਕੌਮ ਕਦੇ ਨਹੀਂ ਉਹ ਭੁੱਲ ਸਕਦੀ। ਵੀ ਲਿਖਿਆ ਕਿ ਜਿਸ ਹਿਸਾਬ ਦੇ ਨਾਲ ਇੱਕ ਮਾਂ ਆਪਣੇ ਬੱਚੇ ਨੂੰ ਇੱਥੇ ਭੇਜਦੀ ਆ, ਸ਼ਹੀਦੀ ਦੀ ਗੱਲ ਕੀਤੀ ਹੈ, ਜਿਹੜੇ ਇੱਥੇ ਵੀ ਕਈ ਕੁਰਬਾਨੀਆਂ ਹੋ ਚੁੱਕੀਆਂ ਨੇ, ਸ਼ਹਾਦਤਾਂ ਹੋ ਚੁੱਕੀਆਂ ਨੇ, ਉਸ ਬਾਰੇ ਉਹ ਇਦਾਂ ਸੀਗਾ, ਸਟੋਰੀ ਸੀਗੀ ਮਤਲਬ ਕਿ ਪੰਜਾਬ ਤੋਂ ਨਾ ਮਤਲਬ ਕਿ ਮਾਂ ਦਾ ਫੋਨ ਆਉਂਦਾ, ਜਦ ਕਿ ਆਪਾਂ ਨੂੰ ਪਤਾ ਹੀ ਮਾਂ ਦਾ ਨਾ ਬਹੁਤ ਦਿਲ ਨਰਮ ਜਿਹਾ ਹੁੰਦਾ ਪੁੱਤ ਪ੍ਰਤੀ, ਵੀ ਹਾਂ ਕੋਈ ਦੁਰਘਟਨਾ ਨਾ ਹੋ ਜਾਵੇ, ਕੋਈ ਐਜਾ ਵਾਕਾ ਨਾ ਹੋ ਜਾਵੇ ਵੀ ਹਾਂ ਵੀ ਆਪਣੇ ਪੁੱਤ ਨੂੰ ਗਵਾ ਬੈਠੇ ਨਾ। ਤਾਂ ਉਰੇ ਦਿੱਲੀ 'ਚ ਬੈਠਾ ਮੁੰਡਾ ਮਤਲਬ ਕਿ ਧਰਨੇ ਤੇ ਬੈਠਾ ਆਪਣੀ ਮਾਂ ਨੂੰ ਫੋਨ ਤੇ ਗੱਲ ਹੋ ਰਹੀ ਆ ਸਾਰੀ, ਉਹ ਸਾਰੀ ਕਹਾਣੀ ਦੱਸਦਾ ਉਹ। ਹੋ ਨਾਮੇ ਅੱਗੇ ਲਾ ਕੇ ਸ਼ਹੀਦ ਬੇਬੇ ਮੇਰੀਏ, ਮਾਣ ਨਾਲ ਸਾਰਿਆਂ ਨੂੰ ਨਾਂ ਦੱਸ ਦਈ, ਦੱਸੀ ਕਿਵੇਂ ਤੁਰਿਆ ਸੀ ਹੱਕਾਂ ਦੀ ਲੜਾਈ ਲਈ, ਬਾਬਾ ਦੀਪ ਸਿੰਘ ਕੋਲੋਂ ਸੱਚ ਦੀ ਪੜ੍ਹਾਈ ਲਈ, ਕਰੀ ਅਣਖਾਂ ਦੀ ਗੱਲ ਜਾਂਦਾ, ਯੋਧਿਆਂ ਦੇ ਵੱਲ ਜਾਂਦਾ, ਸਵਰਗਾਂ ਦੇ ਗਿਆ ਉਹ ਰਾਹ ਦੱਸ ਦਈ,
ਨਾਮ ਅੱਗੇ ਲਾ ਕੇ ਸ਼ਹੀਦ ਬੇਬੇ ਮੇਰੀਏ ਮਾਣ ਨਾਲ ਸਾਰਿਆਂ ਨੂੰ ਨਾ ਦੱਸ ਦੇਈ ਜੇ ਹੱਕਾਂ ਲਈ ਨਾ ਲੜੇ ਦੱਸ ਕਾਦੀ ਏ ਜਵਾਨੀਏ ਬੈਰੀਗੇਟ ਤੋੜਨੇ ਦੀ ਰੱਖੀ ਸੰਗਲ ਨਿਸ਼ਾਨੀ ਏ ਆਉਂਦਾ ਬਾਪੂ ਦਾ ਖਿਆਲ ਬੜਾ ਜੋ ਸਦਾ ਮੇਰੇ ਨਾਲ ਖੜਾ ਉਹਦੀ ਮੇਰੇ ਦਿਲ ਵਿੱਚ ਥਾਂ ਦੱਸ ਦੇਈ ਨਾਮ ਅੱਗੇ ਲਾ ਕੇ ਸ਼ਹੀਦ ਬੇਬੇ ਮੇਰੀਏ ਮਾਣ ਨਾਲ ਸਾਰਿਆਂ ਨੂੰ ਨਾ ਦੱਸ ਦੇਈ ਬਿਆਨ ਕਰੂ ਗੱਲ ਸਾਰੀ ਪਹਿਲਾ ਪੰਨਾ ਅਖਬਾਰ ਦਾ ਪਿੰਡ ਸੀ ਨਿਹੋਲਕਾ ਤੇ ਪੁੱਤੇ ਅਵਤਾਰ ਦਾ ਮੇਰੀ ਆਖਰੀ ਸਲਾਮ ਤੈਨੂੰ ਦਿੱਤਾ ਅੰਮ੍ਰਿਤ ਨਾਮ ਮੈਨੂੰ ਮੇਰੀ ਆਖਰੀ ਸਲਾਮ ਤੈਨੂੰ ਦਿੱਤਾ ਅੰਮ੍ਰਿਤ ਨਾਮ ਮੈਨੂੰ ਮਾਣੀ ਤੇਰੀ ਬੁੱਕਲ ਦੀ ਸ਼ਾਨ ਦੱਸ ਦੇਈ ਨਾਮ ਅੱਗੇ ਲਾ ਕੇ ਸ਼ਹੀਦ ਬੇਬੇ ਮੇਰੀਏ ਮਾਣ ਨਾਲ ਸਾਰਿਆਂ ਨੂੰ ਨਾ ਦੱਸ ਦੇਈ ਜੋ ਤੁਸੀਂ ਲਿਖਿਆ ਹੈ, ਤਾਂ ਸਾਨੂੰ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਆਪਣੇ ਬਿਆਨ ਵੀ ਕੱਢ ਰਹੇ ਹੋ। ਤੁਹਾਨੂੰ ਲੱਗਦਾ ਅਸੀਂ ਅਸੀਂ ਫੀਲ ਕਰ ਰਹੇ ਹਾਂ ਕਿ ਸੱਚੀ ਇਦਾਂ ਹੈਗਾ ਕਿ ਤੁਸੀਂ ਆਪਣੇ ਬਾਰੇ ਵੀ ਇਹ ਜ਼ਿਕਰ ਕਰ ਰਹੇ ਹੋ ਕਿ ਜੇ ਮੈਂ ਇੱਥੇ ਆਇਆ ਤਾਂ ਸ਼ਹੀਦ ਹੋ ਗਿਆ। ਮੇਰੀ ਤਾਂ ਖੁਸ਼ਕਿਸਮਤੀ ਹੋਊਗੀ ਮੈਂ ਕਹਿੰਦਾ ਜੇ ਮੈਨੂੰ ਪਹਿਲੀ ਗੋਲੀ ਵੱਜਣ ਦਾ ਮੈਨੂੰ ਨਸੀਬ ਮਿਲੇ ਵੀ ਹਾਂ ਵੀ ਮੇਰੇ ਸ਼ਹੀਦ ਹੋਣ ਲਈ ਮੈਂ ਘੱਟੋ ਘੱਟ ਆਪਣੇ ਪਰਿਵਾਰ ਲਈ ਪਿੰਡ ਲਈ ਇੱਕ ਸ਼ਹੀਦ ਦਾ ਨਾਮ ਲੈ ਕੇ ਜਾਵਾਂ ਹਨਾ ਤਾਂ ਮੈਂ ਇਹ ਇਕੱਲਾ ਗੀਤ ਮੇਰਾ ਇਹ ਇਕੱਲਾ ਗੀਤ ਨਹੀਂ ਹੈ ਮੈਂ ਜੇ ਅਸਲ ਦੇ ਵਿੱਚ ਵੀ ਮੈਂ ਸ਼ਹੀਦ ਹੋਣਾ ਕਬੂਲ ਕਰੂੰਗਾ ਜੇ ਗੋਲੀ ਵੱਜੇ ਤਾਂ ਗੋਲੀ ਚੱਲੇ ਬਾਰਡਰ ਤੇ ਤਾਂ ਪਹਿਲੀ ਗੋਲੀ ਮੇਰੇ ਵੱਜੇ ਜੀ ਹਾਂਜੀ ਧੰਨਵਾਦ ਜੀ ਜਾਂਦੇ ਜਾਂਦੇ ਕੋਈ ਸੰਦੇਸ਼ ਦੇਣਾ ਚਾਹੋਗੇ ਬਸ ਸੰਦੇਸ਼ ਮੇਰਾ ਇਹੀ ਹੈ ਕਿ ਇਸ ਅੰਦੋਲਨ ਦੇ ਵਿੱਚ ਜਿਵੇਂ ਪਹਿਲਾਂ ਲਹਿਰਾਂ ਉੱਠ ਕੇ ਆਈਆਂ ਲਹਿਰ ਹੁਣ ਵੀ ਉਰੇ ਬਹੁਤ ਹੈ ਪਰ ਹੁਣ ਆਪਾਂ ਨੂੰ ਇੱਕ ਮਿੰਟ ਹੋ ਕੇ ਜੁੜਨ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਸੰਘਰਸ਼ ਦੇ ਵਿੱਚ ਸੋ ਮੇਰੀ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਇਹੀ ਹੈ ਕਿ ਆਪਣਾ ਟਾਈਮ ਕੱਢ ਕੇ ਜ਼ਰੂਰੀ ਸ਼ਨੀਵਾਰ ਐਤਵਾਰ ਜਿਵੇਂ ਛੁੱਟੀ ਦਾ ਬਣਦਾ ਆਪਣਾ ਇਸ ਸੰਘਰਸ਼ ਦੇ ਵਿੱਚ ਜ਼ਰੂਰ ਸਹਿਯੋਗ ਦਿਓ ਜੀ ਕਿੰਨੇ 24 ਦਸੰਬਰ ਤੋਂ ਤੁਸੀਂ ਇੱਥੇ ਹੋ ਹਾਂਜੀ ਹਾਂ 24 ਦਸੰਬਰ ਤੋਂ ਹੋ ਰਹੇ ਹਾਂ ਜੀ ਤੁਸੀਂ ਦੇਖਿਆ ਕਿ ਅੰਮ੍ਰਿਤ ਸਿੰਘ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿ 24 ਦਸੰਬਰ ਤੋਂ ਇੱਥੇ ਡਟੇ ਹੋਏ ਨੇ ਜੋ ਕਿਸਾਨੀ ਅੰਦੋਲਨ ਦੇ ਵਿੱਚ ਉਤਰਾਅ ਚੜਾਵ ਆਉਂਦੇ ਨੇ ਜੋ ਇੱਥੇ ਸ਼ਹੀਦ ਹੋਏ ਨੇ ਉਹਨਾਂ ਦਾ ਵੀ ਜ਼ਿਕਰ ਇਹਨਾਂ ਨੇ ਆਪਣੇ ਗੀਤ ਦੇ ਵਿੱਚ ਕੀਤਾ ਤਾਂ ਅਕਸਰ ਤੁਸੀਂ ਦੂਜੇ ਸਿੰਗਰਾਂ ਨੂੰ ਬਹੁਤ ਪ੍ਰਮੋਟ ਕਰਦੇ ਹੋ ਦੂਜੇ ਸਿੰਗਰਾਂ ਦੇ ਗੀਤ ਵੀ ਸੁਣਦੇ ਹੋ ਪਰ ਅਜਿਹੇ ਵੀਰਾਂ ਨੂੰ ਵੀ ਹੱਲਾਸ਼ੇਰੀ ਦੇਣੀ ਬਣਦੀ ਹੈ ਜਿਨ੍ਹਾਂ ਨੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਰਹਿ ਕੇ ਉਸ ਨੂੰ ਦੇਖਦਿਆਂ ਹੋਇਆਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜਿਸ ਹਿਸਾਬ ਦੇ ਨਾਲ ਤੁਸੀਂ ਦੇਖਿਆ ਕਿ ਉਹਨਾਂ ਦੇ ਗੀਤਾਂ ਨੂੰ ਕਈਆਂ ਨੇ ਪਸੰਦ ਨਹੀਂ ਕੀਤਾ ਪਰ ਉਹਨਾਂ ਨੇ ਆਪਣੀ ਕਲਮ ਦੇ ਜ਼ਰੀਏ ਲਿਖਿਆ ਤੇ ਆਪ ਗਾ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਮੈਸੇਜ ਦਿੱਤਾ ਤਾਂ ਅਸੀਂ ਚਾਹੁੰਦੇ ਹਾਂ ਕਿ ਇਸ ਵੀਰ ਨੂੰ ਵੀ ਉੱਦਾਂ ਹੀ ਹੱਲਾਸ਼ੇਰੀ ਦਿੱਤੀ ਜਾਵੇ ਉੱਦਾਂ ਹੀ ਇਹਦਾ ਗੀਤ ਸੁਣਿਆ ਜਾਵੇ ਕਿ ਕੀ ਉਸ ਬੋਲਾਂ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਬਿਆਨ ਕੀਤਾ ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ ਲਗਾਤਾਰ ਇਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ